तुमरी शरण तुम्हारी आसा, तुम ही सज्जन सुहेले। राखो राखनहार दयाला, नानक करके गोले। राखो राखनहार दयाला, नानक करके गोले। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਅਸੀਂ ਸਾਂਝ ਪਾ ਰਹੇ ਹਾਂ। ਅੱਜ 22ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸ ਭਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਜਗਤ ਨੂੰ ਸਚਿਆਰ ਹੋਣ ਦੀ ਪ੍ਰੇਰਨਾ ਦਿੱਤੀ ਹੈ। ਜਿਹੜਾ ਮਨੁੱਖ ਰੱਬੀ ਗੁਣਾਂ ਦੇ ਅਨੁਸਾਰ ਜ਼ਿੰਦਗੀ ਨੂੰ ਜਿਉਂਦਾ ਹੈ, ਉਹਦੇ ਜੀਵਨ ਵਿੱਚ ਸਚਿਆਰਤਾ ਆ ਜਾਂਦੀ ਹੈ। ਸਚਿਆਰ ਹੈ ਪ੍ਰਭੂ, ਉਹ ਰੱਬ ਵਰਗਾ ਹੋ ਜਾਂਦਾ ਹੈ। ਰੱਬੀ ਗੁਣ ਉਹਦੇ ਅੰਦਰੋਂ ਪ੍ਰਗਟ ਹੋ ਜਾਂਦੇ ਨੇ। ਜੇ ਸਾਰਾ ਜਗਤ ਜਪਜੀ ਸਾਹਿਬ ਦੀ ਬਾਣੀ ਦੇ ਇਸ ਗੁਣ ਨੂੰ, ਰੱਬੀ ਹੁਕਮਾਂ ਨੂੰ ਜੀਵਨ ਵਿੱਚ ਲੈ ਆਉਣ ਤੇ ਪੂਰਾ ਜਗਤ ਸੁਖੀ ਤੇ ਸ਼ਾਂਤ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਅੱਜ ਸਾਡੇ ਜੀਵਾਂ ਤੇ ਮਹਿਰਾਮਤ ਕਰ ਰਹੇ ਹਨ। ਪਾਤਾਲਾਂ ਪਾਤਾਲ, ਲੱਖ ਆਗਾਸ਼ਾਂ ਆਗਾਸ਼। ਪਾਤਾਲਾਂ ਪਾਤਾਲ, ਪਤਾਲਾਂ ਦੇ ਥੱਲੇ ਹੋਰ ਪਤਾਲ, ਲੱਖਾਂ ਹੀ ਪਤਾਲ। ਆਗਾਸ਼ਾਂ ਆਗਾਸ਼, ਆਕਾਸ਼ਾਂ ਦੇ ਉੱਤੇ ਹੋਰ ਆਕਾਸ਼, ਲੱਖਾਂ ਹੀ ਆਕਾਸ਼। ਲੱਖ ਸ਼ਬਦ ਇਹ ਦੇਲੀ ਦੀਪਕ ਹੈ। ਦੇਲੀ ਕਹਿੰਦੇ ਨੇ ਦਲੀਜ ਨੂੰ, ਡਿਓੜੀ ਨੂੰ। ਦੀਪਕ ਦਾ ਅਰਥ ਹੁੰਦਾ ਦੀਵਾ। ਮਨ ਨੂੰ ਕੋਈ ਦਲੀਜ ਵਿੱਚ ਦੀਵਾ ਜਗਾ ਕੇ ਰੱਖ ਦੇ, ਉਹ ਦੀਵਾ ਕੀ ਕਰੇਗਾ? ਕਮਰੇ ਦੇ ਅੰਦਰ ਵੀ ਪ੍ਰਕਾਸ਼ ਕਰੇਗਾ, ਕਮਰੇ ਦੇ ਬਾਹਰ ਵੀ ਪ੍ਰਕਾਸ਼ ਕਰੇਗਾ। ਉਹ ਦੋਨੋਂ ਪਾਸੇ ਰੋਸ਼ਨੀ ਦੇਗਾ। ਲੱਖ ਸ਼ਬਦ ਦੇਲੀ ਦੀਪਕ ਹੈ। ਇਹ ਦੋਨੋਂ ਪਾਸੇ ਆਪਣੇ ਅਰਥ ਦੇ ਰਿਹਾ ਹੈ। ਪਾਤਾਲਾਂ ਪਤਾਲ, ਲੱਖ ਤੇ ਵੀ ਅਰਥ ਦੇ ਰਿਹਾ ਹੈ। ਲੱਖ ਆਗਾਸ਼ਾਂ ਆਗਾਸ਼ ਤੇ ਵੀ ਅਰਥ ਦੇ ਰਿਹਾ ਹੈ। ਲੱਖ ਦੋਨੋਂ ਪਾਸੇ ਅਰਥ ਦੇ ਰਿਹਾ ਆਪਣਾ। ਪਾਤਾਲਾਂ ਪਾਤਾਲ, ਲੱਖ ਭਾਵ ਲੱਖਾਂ ਹੀ ਪਤਾਲ, ਪਤਾਲ ਦੇ ਥੱਲੇ ਹੋਰ ਪਤਾਲ। ਪਤਾਲ ਮੈਨੇ ਨੀਵੀਆਂ ਜਗ੍ਹਾ, ਹੋਰ ਨੀਵੀਆਂ ਜਗ੍ਹਾ, ਹੋਰ ਨੀਵੀਆਂ ਜਗ੍ਹਾ। ਲੱਖ ਆਗਾਸ਼ਾਂ ਆਗਾਸ਼ ਦਾ ਭਾਵ ਆਕਾਸ਼ ਉੱਤੇ ਹੋਰ ਆਕਾਸ਼, ਲੱਖਾਂ ਹੀ ਆਕਾਸ਼। ਉੱਪਰਲੀਆਂ ਜਗ੍ਹਾ ਨੂੰ ਆਕਾਸ਼ ਕਹਿ ਦਿੰਦੇ ਨੇ, ਨੀਵੀਆਂ ਜਗ੍ਹਾ ਨੂੰ ਪਤਾਲ। ਜਿਵੇਂ ਧਰਤੀ 'ਚ ਪਤਾਲ ਸਮੁੰਦਰ ਹੈ, ਨੀਵੀਂ ਜਗ੍ਹਾ ਹੈ। ਸਮੁੰਦਰ ਵਿੱਚ ਅਨੇਕਾਂ ਜੀਵ ਨੇ, ਕਈ ਕੋਟ ਪਤਾਲ ਕੇ ਵਾਸੀ। ਪਰ ਜਿਵੇਂ ਧਰਤੀ ਹਵਾ 'ਚ ਲਟਕ ਰਹੀ ਹੈ, ਧਰਤੀ ਦੇ ਥੱਲੇ ਹੋਰ ਵੀ ਧਰਤੀਆਂ ਨੇ, ਹੋਰ ਵੀ ਸੂਰਜ ਮੰਡਲ ਆਕਾਸ਼ ਨੇ। ਉਹ ਧਰਤੀ ਦੇ ਥੱਲੇ ਪਤਾਲ ਨੇ, ਲੱਖਾਂ ਹੀ ਪਤਾਲ, ਹੇਠਲੀਆਂ ਚੀਜ਼ਾਂ। ਧਰਤੀ ਦੇ ਉੱਪਰ ਹੋਰ ਵੀ ਸੂਰਜ ਚੰਦਰਮਾ ਆਕਾਸ਼, ਹੋਰ ਵੀ ਧਰਤੀ ਦੇ ਉੱਪਰ ਗ੍ਰਹਿ ਨਛੱਤਰ ਆਦਿਕ ਹਨ। ਉਹ ਸਾਰੇ ਆਕਾਸ਼ ਨੇ। ਉੱਪਰਲਾ ਹਿੱਸਾ ਆਕਾਸ਼, ਲੱਖਾਂ ਹੀ ਆਕਾਸ਼। ਜਿਵੇਂ ਮਾਨੋ ਕੋਈ ਚੰਦਰਮਾ ਤੋਂ ਖਲੋ ਕੇ ਦੇਖੇ, ਧਰਤੀ ਹਵਾ 'ਚ ਲਟਕ ਰਹੀ ਹੈ। ਧਰਤੀ ਦੇ ਹੇਠਾਂ ਜੋ ਕੁਛ ਵੀ ਉਹ ਪਤਾਲ 'ਚ ਮੰਨਿਆ ਜਾਏਗਾ, ਜੋ ਉੱਪਰ ਹੈ ਆਕਾਸ਼ 'ਚ ਮੰਨਿਆ ਜਾਏਗਾ। ਚੰਦਰਮਾ ਦੇ ਥੱਲੇ ਜੋ ਹੋਏਗਾ ਪਤਾਲ, ਜੋ ਉੱਪਰ ਹੋਏਗਾ ਆਕਾਸ਼। ਉੱਪਰਲੀਆਂ ਜਗ੍ਹਾ ਨੂੰ ਆਕਾਸ਼, ਹੇਠਲੀਆਂ ਜਗ੍ਹਾ ਨੂੰ ਪਤਾਲ। ਹਰ ਸਿਤਾਰੇ ਦਾ ਆਪਣਾ ਇੱਕ ਆਕਾਸ਼ ਹੈ, ਆਪਣਾ ਇੱਕ ਪਤਾਲ ਹੈ। ਹਰ ਗ੍ਰਹਿ ਨਖੱਤਰ ਦੇ ਆਪਣੇ ਆਕਾਸ਼ ਨੇ, ਆਪਣੇ ਪਤਾਲ ਨੇ। ਔਰ ਲੱਖਾਂ ਹੀ ਨੇ ਆਕਾਸ਼, ਲੱਖਾਂ ਹੀ ਪਤਾਲ ਨੇ। ਇਹ ਮਤ ਕਿਹਦਾ ਹੈ? ਇਹ ਗੁਰੂ ਜੀ ਦਾ ਮਤ ਨਹੀਂ ਹੈ। ਇਹ ਗੁਰੂ ਜੀ ਕਿਸੇ ਹੋਰ ਦਾ ਮਤ ਸਾਨੂੰ ਦੱਸ ਰਹੇ ਨੇ। ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਹਿ ਕੇ ਗਏ ਨੇ, ਲੱਖਾਂ ਹੀ ਆਕਾਸ਼, ਲੱਖਾਂ ਹੀ ਪਤਾਲ ਨੇ। ਗੁਰੂ ਨਾਨਕ ਪਾਤਸ਼ਾਹ ਅਜੇ ਪਿਛਲੀਆਂ ਪੌੜੀਆਂ 'ਚ ਕਹਿ ਕੇ ਗਏ ਨੇ, ਅਸੰਖ ਨਾਮ, ਅਸੰਖ ਥਾਮ, ਅਗੰਮ ਅਗੰਮ, ਅਸੰਖ ਲੋ। ਲੱਖਾਂ ਹੀ, ਅਸੰਖਾਂ ਹੀ, ਗਿਣਤੀ ਨਹੀਂ, ਅਸੰਖਾਂ ਹੀ ਥਾਵਾਂ ਨੇ, ਅਸੰਖਾਂ ਹੀ ਲੋਕ ਨੇ, ਅਸੰਖਾਂ ਹੀ ਧਰਤੀਆਂ, ਸੂਰਜ, ਆਕਾਸ਼, ਨਖੱਤਰ, ਤਾਰੇ, ਗਗਨ ਆਦਿਕ ਹਨ। ਗੁਰੂ ਜੀ ਪਿੱਛੇ ਅਸੰਖ ਦੀ ਗੱਲ ਕਰਕੇ ਗਏ ਨੇ, ਅੱਗੇ ਲੱਖ ਤੇ ਕਿਵੇਂ ਆ ਜਾਣਗੇ? ਇਹ ਵਾਲਾ ਜਿਹੜਾ ਤੁਕ ਦਾ ਸਿਧਾਂਤ ਹੈ, ਇਹ ਵੇਦਾਂ ਦਾ ਹੈ। ਜਿਨ੍ਹਾਂ ਨੇ ਖੋਜ ਕੀਤੀ ਆਕਾਸ਼ਾਂ ਪਤਾਲਾਂ ਦੀ, ਉਹਨਾਂ ਨੇ ਵੇਦ ਲਿਖੇ। ਵੇਦ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਕਰ ਦਿੱਤਾ ਕਿ ਲੱਖਾਂ ਹੀ ਆਕਾਸ਼, ਆਕਾਸ਼ਾਂ ਦੇ ਉੱਪਰ ਆਕਾਸ਼, ਲੱਖਾਂ ਹੀ ਪਤਾਲਾਂ ਦੇ ਥੱਲੇ ਪਤਾਲ ਹਨ।
ਅਸੀਂ ਲੱਭ ਲੱਭ ਥੱਕ ਗਏ ਹਾਂ। ਪਾਤਾਲਾਂ ਪਾਤਾਲ, ਲੱਖ ਆਗਾਸ਼ਾਂ ਆਗਾਸ਼। ਪਤਾਲਾਂ ਦੇ ਥੱਲੇ ਲੱਖਾਂ ਹੀ ਪਤਾਲ, ਆਕਾਸ਼ਾਂ ਉੱਪਰ ਹੋਰ ਲੱਖਾਂ ਆਕਾਸ਼। ਭਾਵ ਇਸ ਧਰਤੀ ਦੇ ਉੱਪਰ ਤਾਰਿਆਂ ਦੇ ਉੱਪਰ ਹੋਰ ਤਾਰੇ, ਹੋਰ ਸੂਰਜ ਮੰਡਲ, ਇਸ ਧਰਤੀ ਦੇ ਥੱਲੇ ਹੋਰ ਅਨੇਕਾਂ ਤਾਰੇ, ਸੂਰਜ ਮੰਡਲ, ਗਗਨ ਨਖੱਤਰ ਹਨ। ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇੱਕ ਬਾਤ। ਹੁਣ ਇਹ ਗੱਲ ਕੌਣ ਕਹਿ ਰਿਹਾ? ਓੜਕ ਓੜਕ ਮੈਨੇ ਅਖੀਰ ਅਖੀਰ ਤੱਕ, ਪਾਲ ਥੱਕੇ ਲੱਭ ਲੱਭ ਕੇ ਥੱਕ ਗਏ ਹਾਂ ਅਸੀਂ। ਵੇਦ ਕਹਿਣ ਇੱਕ ਬਾਤ, ਇਹ ਗੱਲ ਵੇਦ ਕਹਿ ਰਹੇ ਨੇ, ਇੱਕ ਬਾਤ ਕਹਿ ਰਹੇ ਨੇ, ਇੱਕ ਗੱਲ ਕਹਿ ਰਹੇ ਨੇ। ਅਸੀਂ ਲੱਭ ਲੱਭ ਥੱਕ ਗਏ ਹਾਂ। ਲੱਖਾਂ ਆਕਾਸ਼, ਲੱਖਾਂ ਪਤਾਲ ਨੇ, ਇੰਨੇ ਨੇ, ਅਸੀਂ ਕਹਿ ਕੇ ਥੱਕ ਗਏ ਹਾਂ। ਉਹਨਾਂ ਨੇ ਲੱਖਾਂ ਤੱਕ ਗਿਣਤੀ ਕਰ ਦਿੱਤੀ, ਲੱਖਾਂ ਤੱਕ ਦੇਖੇ, ਲੱਖਾਂ ਕਹਿ ਦਿੱਤਾ। ਇਹ ਤੇ ਇਸ ਤਰ੍ਹਾਂ ਮਾਨੋ ਜਿਵੇਂ ਕੋਈ ਸਮੁੰਦਰ ਦੇ ਕਿਨਾਰੇ ਖਲੋ ਕੇ ਕਹੇ, ਸਮੁੰਦਰ ਤੇ ਜੀ ਬੜਾ ਅਥਾਹ ਹੈ, ਬੜਾ ਗਹਿਰਾ ਹੈ। ਉਹਨੂੰ ਪੁੱਛੋ ਤੂੰ ਉਤਰ ਕੇ ਦੇਖਿਆ ਸਮੁੰਦਰ ਵਿੱਚ? ਉਹ ਆਖਦਾ ਨਹੀਂ। ਕਹਿਣ ਲੱਗੇ ਉਤਰ ਕੇ ਦੇਖ। ਹੁਣ ਸਮੁੰਦਰ ਵਿੱਚੋਂ ਡੁਬਕੀ ਲਗਾਏ ਤੇ 10 ਮੀਟਰ ਤੱਕ ਜਾ ਕੇ ਵਾਪਸ ਆਏ। ਮੈਂ ਦੇਖ ਕੇ ਆਇਆ, ਉਹ ਤੇ ਜੀ ਬਹੁਤ ਡੂੰਘਾ ਹੈ। ਉਹਨੂੰ ਪੁੱਛੋ ਤੂੰ ਕਿੱਥੇ ਤੱਕ ਗਿਆ? ਕਹਿਣ ਲੱਗਾ ਮੈਂ 10 ਮੀਟਰ ਤੱਕ ਗਿਆ। ਉਹਨੂੰ ਕਹੋ ਜੇ 5 ਮੀਟਰ ਹੋਰ ਚਲਾ ਜਾਂਦਾ, ਹੋ ਸਕਦਾ ਤਲਾ ਆ ਹੀ ਜਾਂਦਾ। ਕਿਵੇਂ ਕਹਿ ਦਿੱਤਾ ਅਥਾਹ ਹੈ ਸਾਗਰ? ਤੂੰ ਤੇ ਗਿਆ ਹੀ 10 ਮੀਟਰ ਤੱਕ ਹੈ। ਫਿਰ ਉਹ ਹੋਰ ਅੱਗੇ ਜਾਏਗਾ, ਹੋਰ ਅੱਗੇ ਜਾ ਕੇ ਕਹੇ ਮੈਂ ਹੁਣ 15 ਮੀਟਰ ਤੱਕ ਦੇਖ ਆਇਆ, ਸਮੁੰਦਰ ਬੜਾ ਹੀ ਡੂੰਘਾ ਅਥਾਹ ਹੈ, ਅੰਤ ਨਹੀਂ। ਉਹਨੂੰ ਕਹੋ ਤੂੰ ਅਜੇ ਸਿਰਫ 15 ਮੀਟਰ ਤੱਕ ਦੇਖਿਆ, ਤੂੰ ਅਥਾਹ ਕਿਵੇਂ ਕਹਿ ਸਕਦਾ ਹੈ? ਹੋ ਸਕਦਾ 5 ਮੀਟਰ ਹੋਰ ਥੱਲੇ ਜਾਂਦਾ ਤੇ ਤਲਾ ਆ ਜਾਂਦਾ, 20 ਮੀਟਰ ਦੀ ਸਾਰੀ ਡੂੰਘਾਈ ਹੁੰਦੀ। ਤੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਮੈਂ 15 ਮੀਟਰ ਤੱਕ ਦੇਖਿਆ, ਉੱਥੇ ਤੱਕ ਤੇ ਅੰਤ ਨਹੀਂ ਮਿਲਿਆ, ਉਸ ਤੋਂ ਅੱਗੇ ਦਾ ਪਤਾ ਨਹੀਂ, ਅੱਗੇ ਬਾਰੇ ਮੈਨੂੰ ਜਾਣਕਾਰੀ ਨਹੀਂ, ਮੈਂ ਇੱਥੇ ਤੱਕ ਦੇਖਿਆ। ਕ੍ਰੋਸ ਲਾ ਦੇਣਾ ਇਹ ਸਿਆਣਪ ਨਹੀਂ ਕਿ ਇੰਨੇ ਹੀ ਨੇ ਜਿੱਥੇ ਤੱਕ ਮੈਂ ਦੇਖ ਲਏ ਨੇ, ਕਿ ਲੱਖਾਂ ਹੀ ਨੇ ਜਾਂ ਕਰੋੜਾਂ ਹੀ ਨੇ ਜਾਂ ਇੰਨੇ ਹੀ ਨੇ। ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਇੱਥੇ ਤੱਕ ਮੈਂ ਦੇਖ ਸਕਿਆ ਹਾਂ, ਇਸ ਤੋਂ ਅੱਗੇ ਦਾ ਪਤਾ ਨਹੀਂ, ਜਾਣਦਾ ਨਹੀਂ ਹਾਂ। ਵੇਦਾਂ ਨੇ ਇੱਕ ਜ਼ੁਬਾਨ ਹੋ ਕੇ ਇੱਕ ਬਾਤ ਕਹਿ ਦਿੱਤੀ ਕਿ ਲੱਖਾਂ ਆਕਾਸ਼, ਲੱਖਾਂ ਪਤਾਲ ਨੇ, ਅਸੀਂ ਲੱਭ ਲੱਭ ਕੇ ਦੇਖ ਲਏ ਨੇ। ਪਤਾਲਾਂ ਦੇ ਥੱਲੇ ਲੱਖਾਂ ਪਤਾਲ ਨੇ, ਆਕਾਸ਼ਾਂ ਉੱਪਰ ਲੱਖਾਂ ਆਕਾਸ਼ ਹਨ। ਪਾਤਾਲਾਂ ਪਾਤਾਲ, ਲੱਖ ਆਗਾਸ਼ਾਂ ਆਗਾਸ਼। ਓੜਕ ਓੜਕ ਭਾਲ ਥੱਕੇ, ਅਸੀਂ ਅਖੀਰ ਤੇ ਲੱਭ ਲੱਭ ਥੱਕ ਗਏ ਹਾਂ, ਸਾਨੂੰ ਲੱਖਾਂ ਨਜ਼ਰ ਆਏ ਨੇ। ਤੇ ਜੇ ਅਖੀਰ ਤੇ ਭਾਲ ਭਾਲ ਕੇ ਥੱਕ ਗਏ ਹਾਂ, ਲੱਖਾਂ ਨਜ਼ਰ ਆਏ, ਇਹਦਾ ਮਤਲਬ ਇਹ ਨਹੀਂ ਲੱਖਾਂ ਹੀ ਨੇ, ਉਸ ਤੋਂ ਅੱਗੇ ਹੋਰ ਵੀ ਹੋ ਸਕਦੇ ਨੇ, ਕਰੋੜਾਂ ਵੀ ਹੋ ਸਕਦੇ ਨੇ, ਅਰਬਾਂ ਵੀ ਹੋ ਸਕਦੇ ਨੇ। ਅੱਜ ਇਸ ਧਰਤੀ ਤੇ ਲਗਭਗ 1.5 ਲੱਖ ਮਿਲੀਅਨ ਸੂਰਜ ਮੰਡਲ ਸਾਇੰਟਿਸਟ ਸਿਰਫ ਸਾਡੀ ਗਲੈਕਸੀ 'ਚ ਖੋਜ ਚੁੱਕੇ ਨੇ। ਸਾਡੀ ਗਲੈਕਸੀ 'ਚ, ਸਾਡੀ ਇੱਕ ਗਲੈਕਸੀ ਦੇ ਵਿੱਚ 1.5 ਲੱਖ ਮਿਲੀਅਨ, 1 ਖਰਬ 50 ਕਰੋੜ ਮਿਲੀਅਨ ਜਿਹੜਾ ਬਣਦਾ ਹੈ, 50 ਅਰਬ, 1 ਖਰਬ 50 ਅਰਬ ਸੂਰਜ ਦੇਖ ਚੁੱਕੇ ਨੇ। ਸੂਰਜ ਮੰਡਲ, ਹਰ ਇੱਕ ਸੂਰਜ ਦੇ ਆਪਣੇ ਗ੍ਰਹਿ ਨੇ, ਆਪਣੇ ਉਪਗ੍ਰਹਿ ਨੇ, ਆਪਣੇ ਚੰਦਰਮਾ ਨੇ, ਆਪਣੀਆਂ ਧਰਤੀਆਂ ਨੇ। ਸਿਰਫ ਇੱਕ ਗਲੈਕਸੀ ਤੇ ਇਹੋ ਜਿਹੀਆਂ ਲੱਖਾਂ ਕਰੋੜਾਂ ਅਰਬਾਂ ਗਲੈਕਸੀਆਂ ਨੇ। ਅੰਤ ਕੌਣ ਪਾਏਗਾ? ਇਹਨਾਂ ਕਰੋੜਾਂ ਅਰਬਾਂ ਗਲੈਕਸੀਆਂ ਲੈ ਕੇ ਇੱਕ ਬ੍ਰਹਿਮੰਡ ਬਣਦਾ ਹੈ। ਤੇ ਇਹੋ ਜਿਹੇ ਕਰੋੜਾਂ ਬ੍ਰਹਿਮੰਡਾਂ ਦੀ ਗੱਲ ਗੁਰਮਤਿ ਨੇ ਕੀਤੀ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਕਿੰਨਾ ਕੁ ਪਸਾਰਾ ਹੋਏਗਾ? ਸਾਇੰਸ ਨੇ ਕਿੱਥੇ ਤੱਕ ਦੇਖਿਆ ਹੈ? ਜੇ ਜਾਣਕਾਰੀ ਲੈਣੀ ਹੋਵੇ, ਕਦੀ ਗੂਗਲ ਤੇ ਸਰਚ ਕਰਕੇ ਦੇਖੋ, ਫੈਂਟੈਸਟਿਕ ਟ੍ਰਿਪ। ਫੈਂਟੈਸਟਿਕ ਟ੍ਰਿਪ ਲਿਖ ਕੇ ਦੇਖਿਓ, ਤੁਹਾਨੂੰ ਪਤਾ ਲੱਗ ਜਾਏਗਾ ਮਨੁੱਖੀ ਅੱਖ ਕਿੰਨੀ ਦੂਰ ਤੱਕ ਦੇਖ ਸਕੀ ਤੇ ਕਿੰਨੀ ਅੰਦਰ ਤੱਕ ਦੇਖ ਸਕੀ। ਦੋਨੋਂ ਪੱਖ ਉਹਦੇ 'ਚ ਮਿਲ ਜਾਂਦੇ ਨੇ। ਅਜੇ ਤੇ ਮਨੁੱਖ ਸਾਇੰਸ ਦੀ ਦੁਨੀਆ 'ਚ ਬਹੁਤ ਬੱਚਾ ਹੈ। ਸਾਇੰਸ ਦੀ ਦੁਨੀਆ 'ਚ ਦੂਰਬੀਨ ਅਜੇ ਬੱਚੀ ਹੈ। ਅਜੇ ਸਿਰਫ 500 ਸਾਲ ਹੋਏ ਨੇ ਦੂਰਬੀਨ ਦੀ ਖੋਜ ਨੂੰ। ਵੱਡੀ ਤੋਂ ਵੱਡੀ ਹੱਬਲ ਦੂਰਬੀਨ ਨਾਲ ਅਜੇ ਦੇਖਿਆ ਸੰਸਾਰ ਨੂੰ, ਤੇ ਇਸ ਕਾਇਨਾਤ ਦੇ ਸਮੇਂ ਦੇ ਵਿੱਚ 500 ਸਾਲ 5 ਸੈਕਿੰਡ ਵੀ ਨਹੀਂ ਬਣਦੇ। ਜਦੋਂ ਇਸ ਦੂਰਬੀਨ ਦੀ ਉਮਰ ਜਿਵੇਂ ਜਿਵੇਂ ਜ਼ਿਆਦਾ ਵਧੇਗੀ, ਹੋਰ ਦੂਰ ਤੱਕ ਦੇਖੇਗਾ, ਕਿੰਨਾ ਕੁ ਦੇਖ ਲਏਗਾ, ਕਿੰਨਾ ਕੁ ਜਾਣ ਲਏਗਾ। ਮਨੁੱਖ ਜੇ ਇਹ ਕਹੇ ਮੈਂ ਇੱਥੇ ਤੱਕ ਦੇਖ ਲਿਆ, ਇੱਥੇ ਤੱਕ ਹੀ ਹੈ, ਉੱਥੇ ਤੱਕ ਨਹੀਂ, ਇਹ ਕਹਿਣਾ ਗਲਤ ਹੋਏਗਾ। ਇਹ ਕਹਿਣਾ ਪਏਗਾ ਅਸੀਂ ਇੱਥੇ ਤੱਕ ਪਹੁੰਚ ਸਕੇ, ਇਸ ਤੋਂ ਅੱਗੇ ਕੀ ਹੈ ਅਸੀਂ ਨਹੀਂ ਜਾਣਦੇ। ਹਾਂ, ਅਸੰਖ ਨਾਮ ਅਸੰਖ ਥਾਮ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ। ਅਸੰਖ ਸ਼ਬਦ ਕਹਿਣਾ ਵੀ ਸਿਰ ਤੇ ਭਾਰ ਹੈ। ਇਨਫਿਨਿਟੀ, ਅੰਤ ਨਹੀਂ, ਸੰਖਿਆ ਹੀ ਨਹੀਂ, ਇਹ ਕਹਿਣਾ ਪਏਗਾ। ਵੇਦ ਇੱਕ ਬਾਤ, ਇੱਕ ਜ਼ੁਬਾਨ ਹੋ ਕੇ ਆਖਦੇ ਨੇ,
ਲੱਖਾਂ ਹੀ ਪਤਾਲਾਂ ਥੱਲੇ ਪਤਾਲ, ਲੱਖਾਂ ਹੀ ਆਕਾਸ਼ਾਂ ਤੇ ਆਕਾਸ਼ ਹਨ। ਅਸੀਂ ਲੱਭ ਲੱਭ ਕੇ ਥੱਕ ਗਏ ਹਾਂ, ਦੇਖ ਚੁੱਕੇ ਹਾਂ। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਵੇਦ ਇੱਕ ਜ਼ੁਬਾਨੋਂ ਕੀ ਗੱਲ ਕਰ ਰਹੇ ਨੇ। ਇਸ ਤੋਂ ਅੱਗੇ ਗੁਰੂ ਜੀ ਇੱਕ ਹੋਰ ਮਤ ਪੇਸ਼ ਕਰ ਰਹੇ ਨੇ। ਸਹਿਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ। ਸਹਿਸ 18 ਮੈਨੇ 18,000, ਕਤੇਬਾਂ ਕਹਿ ਰਹੀਆਂ ਨੇ 18,000 ਆਲਮ ਨੇ, 18,000 ਦੁਨੀਆ ਨੇ। ਕਿਸੇ ਨੇ 14 ਤਬਕ ਮੰਨੇ, ਕਿਸੇ ਨੇ 18,000 ਮੰਨੇ, ਕਿਸੇ ਨੇ ਲੱਖਾਂ ਮੰਨ ਲਏ, ਕਿਸੇ ਨੇ ਕਰੋੜਾਂ ਮੰਨ ਲਏ। ਹਰ ਇੱਕ ਦੀ ਆਪੋ ਆਪਣੀ ਗਿਣਤੀ ਹੈ, ਪਰ ਮੰਨ ਲਏ ਉਹਨਾਂ ਨੇ ਵੀ ਇੰਨੇ ਹੀ ਨੇ। ਕੋਈ ਇਹ ਕਹਿਣ ਵਾਲਾ ਨਹੀਂ ਆਇਆ ਕਿ ਇਸ ਤੋਂ ਅੱਗੇ ਦਾ ਸਾਨੂੰ ਪਤਾ ਨਹੀਂ। ਹਰ ਇੱਕ ਨੇ ਲਕੀਰ ਖਿੱਚ ਦਿੱਤੀ ਤੇ ਫਾਲੋਅਰ ਉਸ ਲਕੀਰ ਤੱਕ ਹੀ ਸੀਮਤ ਰਹਿ ਗਏ, ਉਸ ਤੋਂ ਅੱਗੇ ਖੋਜ ਨਾ ਕਰ ਸਕੇ। ਉੱਥੇ ਹੀ ਖੋਜ ਰੋਕ ਲਈ ਉਹਨਾਂ ਨੇ। ਅੱਗੇ ਦੀ ਸੰਭਾਵਨਾ ਸੀ ਦੇਖਣ ਦੀ, ਉਹ ਨਹੀਂ ਦੇਖੀ। ਉੱਥੇ ਹੀ ਉਸ ਚਾਰ ਦੀਵਾਰੀ ਵਿੱਚ, ਉਸ ਲਾਈਨ ਦੇ ਅੰਦਰ ਕੈਦ ਰਹਿ ਗਏ। ਕਿਤਾਬਾਂ ਨੇ ਕਹਿ ਦਿੱਤਾ ਜਾਂ ਸ਼ਾਮੀ ਪੁਸਤਕਾਂ ਨੇ ਕਹਿ ਦਿੱਤਾ, ਅੰਜੀਲ, ਤੌਰੇਤ, ਜ਼ਬੂਰ, ਕੁਰਾਨ, ਬਾਈਬਲ ਆਦਿ ਜਿਹੜੀਆਂ ਪੱਛਮੀ ਪੁਸਤਕਾਂ ਨੇ, ਪੱਛਮੀ ਦੇਸ਼ਾਂ ਦੀਆਂ, ਉਹਨਾਂ ਦੇ ਵਿੱਚ ਵੱਖੋ ਵੱਖਰੀ ਗਿਣਤੀ ਦਾ ਜ਼ਿਕਰ ਹੈ। ਜਿਵੇਂ ਕਿਤਾਬਾਂ ਨੇ ਕਹਿ ਦਿੱਤਾ 18,000 ਆਲਮ ਨੇ, 18,000 ਸੰਸਾਰ ਨੇ। ਸਹਿਸ 18 ਕਹਿਣ ਕਿਤਾਬਾਂ, ਅਸਲੂ ਇੱਕ ਧਾਤ। ਅਸਲੂ ਮੈਨੇ ਮੁੱਢ, ਇੱਕ ਧਾਤ ਹੀ ਹੈ, ਇੱਕ ਪ੍ਰਭੂ ਹੀ ਹੈ। ਇਹਨਾਂ ਸਾਰਿਆਂ ਦਾ ਮੁੱਢ ਇੱਕ ਪ੍ਰਭੂ ਹੈ। ਪ੍ਰਭੂ ਤੋਂ ਹੀ ਕਾਇਨਾਤ ਦੀ ਉਤਪਤੀ ਹੈ। ਪ੍ਰਭੂ ਹੀ ਫੈਲਿਆ ਹੋਇਆ ਹੈ। ਮੁੱਢ ਪ੍ਰਭੂ ਹੈ ਔਰ ਮੁੱਢ ਹੀ ਪ੍ਰਭੂ ਕੁੱਲ ਕਾਇਨਾਤ ਵਿੱਚ ਸਮਾਇਆ ਹੋਇਆ ਹੈ। ਮੰਨ ਲਓ ਜਿਵੇਂ ਛੋਟਾ ਜਿਹਾ ਬੋੜ ਦਾ ਬੀਜ। ਹੁਣ ਬੋੜ ਦੇ ਬੀਜ ਅੰਦਰ ਬੋੜ ਛੁਪਿਆ ਹੋਇਆ ਹੈ। ਕੋਈ ਕਵੇ ਮੈਂ ਬੀਜ ਨੂੰ ਤੋੜ ਕੇ ਦੇਖਾਂ ਕਿ ਬੋੜ ਕਿੱਥੇ ਕੁ ਹੈ, ਉਹ ਬੀਜ ਨੂੰ ਤੋੜ ਦੇਗਾ, ਉਹਨੂੰ ਬੋੜ ਨਹੀਂ ਲੱਭੇਗਾ। ਬੋੜ ਦਾ ਰੁੱਖ ਤੇ ਬੜਾ ਵਿਸ਼ਾਲ ਹੁੰਦਾ ਹੈ, ਬੀਜ ਬੜਾ ਛੋਟਾ ਜਿਹਾ ਹੈ। ਪਰ ਉਹ ਬੋੜ ਬੀਜ ਦੇ ਰੋਏ ਰੋਏ ਵਿੱਚ, ਉਹਦੇ ਜ਼ਰੇ ਜ਼ਰੇ 'ਚ ਸਮਾਇਆ ਹੋਇਆ ਹੈ। ਤੇ ਜਦੋਂ ਉਹ ਬੀਜ ਉਗਦਾ ਹੈ, ਪੁੰਗਰਦਾ ਹੈ, ਉਹਦੇ ਵਿੱਚੋਂ ਬੋੜ ਨਿਕਲਦਾ ਹੈ। ਵੱਡਾ ਸਾਰਾ ਬੋੜ ਨਿਕਲਿਆ, ਉਹਨੂੰ ਟਹਿਣੀਆਂ ਲੱਗੀਆਂ, ਉਹਨੂੰ ਪੱਤੇ ਲੱਗੇ, ਅਜੇ ਫਲ ਫੁੱਲ ਨਹੀਂ ਲੱਗੇ। ਉਸ ਬੀਜ ਵਿੱਚੋਂ ਹੀ ਬੋੜ ਦਾ ਵਿਕਾਸ ਹੋਇਆ। ਹੁਣ ਕਹੋ ਵੀ ਉਹ ਬੀਜ ਕਿੱਥੇ ਹੈ? ਬੋੜ ਦੇ ਕਿਸੇ ਅੰਸ਼ ਵਿੱਚ ਹੋਏਗਾ, ਕਿਸੇ ਟਹਿਣੀ 'ਚ ਹੋਏਗਾ। ਉਹਦਾ ਤਣਾ, ਉਹਦੀਆਂ ਟਹਿਣੀਆਂ ਦੇ ਪੱਤੇ ਵੀ ਕੱਟ ਕੇ ਦੇਖ ਲਓ, ਤੁਹਾਨੂੰ ਬੀਜ ਨਹੀਂ ਮਿਲੇਗਾ। ਕਿਉਂ? ਕਿਉਂਕਿ ਬੀਜ ਹੀ ਬੋੜ ਬਣ ਗਿਆ। ਬੋੜ ਦਾ ਜ਼ਰਾ ਜ਼ਰਾ ਬੀਜ ਦਾ ਹੀ ਰੂਪ ਹੈ। ਬਟਕ ਬੀਜ ਮੈਂ ਰਵ ਰਹੇ ਹੋ, ਜਾਕੋ 3 ਲੋਕ ਵਿਸਥਾਰ। ਭਗਤ ਕਬੀਰ ਜੀ ਦੇ ਵਚਨ। ਬਟਕ ਮੈਨੇ ਬੋੜ, ਬੀਜ ਮੈਂ ਰਵ ਰਹੇ ਹੋ। ਬੋੜ ਬੀਜ ਵਿੱਚ ਰਵਿਆ ਹੋਇਆ, ਬੀਜ ਬੋੜ ਵਿੱਚ ਰਵਿਆ ਹੋਇਆ, ਦੋਨੋਂ ਇੱਕ ਦੂਜੇ 'ਚ ਸਮਾਏ ਹੋਏ ਨੇ। ਬਟਕ ਬੀਜ ਮੈਂ ਰਵ ਰਹੇ ਹੋ, ਜਾਕੋ 3 ਲੋਕ ਵਿਸਥਾਰ। ਪ੍ਰਭੂ ਕੁਦਰਤ 'ਚ ਸਮਾਇਆ ਹੈ, ਕੁਦਰਤ ਪ੍ਰਭੂ 'ਚ ਸਮਾਈ ਹੋਈ ਹੈ। ਦੋਨੋਂ ਇੱਕ ਰੂਪ ਨੇ। ਪ੍ਰਭੂ ਹੀ ਹਵਾ ਬਣਿਆ, ਪ੍ਰਭੂ ਹੀ ਪਾਣੀ ਬਣਿਆ, ਪ੍ਰਭੂ ਹੀ ਜੀਵ ਬਣ ਕੇ ਵਿੱਚ ਸਮਾਇਆ ਹੋਇਆ ਹੈ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਜਦੋਂ ਸੰਸਾਰ ਦੀ ਉਤਪਤੀ ਦੀ ਗੱਲ ਆਏ, ਦੁਨੀਆ ਕਿਵੇਂ ਬਣੀ, ਅਸੀਂ ਫਟਾਫਟ ਕਹਿ ਦਿੰਦੇ ਹਾਂ ਦੁਨੀਆ ਨੂੰ ਰੱਬ ਨੇ ਬਣਾਇਆ। ਸੰਸਾਰ ਨੂੰ ਕਿਹਨੇ ਬਣਾਇਆ? ਰੱਬ ਨੇ। ਇਹ ਤੇ ਕਹਿਣਾ ਇਸ ਤਰ੍ਹਾਂ, ਮੰਨ ਲਓ ਜਿਵੇਂ ਕੋਈ ਕਵੇ ਇਸ ਕਮਰੇ ਨੂੰ ਕਿਹਨੇ ਬਣਾਇਆ, ਅਸੀਂ ਕਵਾਂਗੇ ਮਿਸਤਰੀ ਨੇ। ਉਹਨੇ ਇੱਟਾਂ ਲਿਆਂਦੀਆਂ, ਉਹਨੇ ਸੀਮਿੰਟ ਲਿਆਂਦਾ, ਰੇਤ ਲਿਆਂਦੀ, ਪਾਣੀ ਲਿਆਂਦਾ। ਉਹਨੇ ਫਿਰ ਸੀਮਿੰਟ ਘੋਲ ਕੇ ਰੇਤ ਦੇ ਵਿੱਚ ਪਾਣੀ ਪਾ ਕੇ ਫਿਰ ਇੱਟਾਂ ਜੋੜੀਆਂ, ਦੀਵਾਰਾਂ ਬਣਾਈਆਂ, ਉੱਪਰ ਛੱਤ ਪਾਈ। ਫਿਰ ਉਹ ਮਿਸਤਰੀ ਆਪਣੇ ਘਰ ਚਲਾ ਗਿਆ। ਰੱਬ ਨੂੰ ਕਿਹਨੇ ਬਣਾਇਆ? ਸੰਸਾਰ ਨੇ। ਰੱਬ ਨੇ ਕੀ ਕੀਤਾ? ਥੋੜ੍ਹੀ ਜਿਹੀ ਮਿੱਟੀ ਲਈ ਗੋਲ ਕਰਕੇ ਧਰਤੀ ਬਣਾ ਦਿੱਤੀ। ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਪਾਈਆਂ, ਉਹਨੇ ਸਮੁੰਦਰ ਬਣਾ ਦਿੱਤੇ। ਥੋੜ੍ਹੇ ਜਿਹੇ ਪੱਥਰ ਟਿਕਾ ਕੇ ਰੱਖ ਦਿੱਤੇ, ਉਹਨੇ ਪਹਾੜ ਬਣਾ ਦਿੱਤੇ। ਫਿਰ ਉਹ ਆਪਣੇ ਘਰ ਚਲਾ ਗਿਆ। ਪਰ ਗੁਰੂ ਜੀ ਨੇ ਇੱਕ ਨਵੀਂ ਵਿਚਾਰਧਾਰਾ ਦੁਨੀਆ ਦੀ ਝੋਲੀ ਵਿੱਚ ਪਾਈ। ਕੱਲ੍ਹ ਨੂੰ ਕੋਈ ਇਹ ਸਵਾਲ ਕਰੇ, ਰੱਬ ਉਹ ਮਿੱਟੀ ਕਿੱਥੋਂ ਲੈ ਕੇ ਆਇਆ? ਰੱਬ ਉਹ ਪੱਥਰ ਤੇ ਪਾਣੀ ਕਿੱਥੋਂ ਲੈ ਕੇ ਆਇਆ? ਗੁਰੂ ਜੀ ਆਖਦੇ ਨੇ ਰੱਬ ਨੇ ਸੰਸਾਰ ਨੂੰ ਬਣਾਇਆ ਨਹੀਂ, ਰੱਬ ਆਪ ਸੰਸਾਰ ਬਣ ਗਿਆ। ਉਹਨੇ ਜਗਤ ਬਣਾਇਆ ਨਹੀਂ, ਆਪ ਹੀ ਜਗਤ ਦਾ ਰੂਪ ਹੋ ਗਿਆ। ਅਵਿਗਤੋ ਨਿਰਮਾਇਲ ਉਪਜੈ। ਇਹ ਸੰਸਕ੍ਰਿਤ ਦਾ ਸ਼ਬਦ ਹੈ ਵਿਅਕਤ। ਵਿਅਕਤ ਦਾ ਮਤਲਬ ਹੁੰਦਾ ਨਜ਼ਰ ਆਉਣਾ। 4 ਵਿਅਕਤੀ ਲੰਘੇ, 4 ਨਜ਼ਰ ਆਉਣ ਵਾਲੇ ਲੰਘੇ। ਪਤਾ ਨਹੀਂ ਉਹ ਬੰਦੇ ਸਨ ਕਿ ਬੀਬੀਆਂ ਸਨ, ਵਿਅਕਤੀ ਸਨ ਨਜ਼ਰ ਆਉਣ ਵਾਲੇ। ਵਿਅਕਤ ਮੈਨੇ ਨਜ਼ਰ ਆਉਣਾ। ਜਦੋਂ ਉਹਦੇ ਅੱਗੇ ਲੱਗ ਗਿਆ ਐੜਾ ਅਵਿਅਕਤ, ਜਿਹੜਾ ਨਜ਼ਰ ਨਾ ਆਏ। ਪ੍ਰਭੂ ਸੀ ਅਵਿਅਕਤ। ਐੜਾ ਪ੍ਰੀਫਿਕਸ ਹੈ, ਅਗੇਤਰ ਹੈ, ਇਸ ਕਰਕੇ ਅਵਿਗਤੋ ਪਾਠ ਗਲਤ ਹੋਏਗਾ। ਅਵਿਗਤੋ, ਜਿਹੜਾ ਵਿਗਤੋ ਨਹੀਂ ਹੈ।
ਬਿਨਾਂ ਵਿਗਤੋ ਤੋਂ ਹੈ। ਵਿਗਤੋ ਮੈਨੇ ਨਜ਼ਰ ਆਉਣ ਵਾਲਾ, ਜਿਹੜਾ ਨਜ਼ਰ ਨਹੀਂ ਆਉਂਦਾ, ਨਿਰਆਕਾਰ ਹੈ, ਨਿਰੰਕਾਰ, ਦਿਸਦਾ ਨਹੀਂ। ਅਵਿਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਉਹਨੇ ਸਰਗੁਣ ਬਣਾਇਆ ਨਹੀਂ, ਨਿਰਗੁਣ ਤੋਂ ਸਰਗੁਣ ਹੋ ਗਿਆ। ਪ੍ਰਭੂ ਨੇ ਹਵਾ ਬਣਾਈ ਨਹੀਂ, ਆਪ ਹਵਾ ਬਣ ਗਿਆ। ਸਾਚੇ ਤੇ ਪਵਨਾ ਭਇਆ, ਸੱਚ ਤੋਂ ਪਵਨ ਬਣ ਗਿਆ। ਉਹਨੇ ਪਵਨ ਬਣਾਈ ਨਹੀਂ, ਭਇਆ ਮੈਨੇ ਹੋ ਗਿਆ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਉਹ ਹਵਾ ਤੋਂ ਪਾਣੀ ਹੋ ਗਿਆ। ਉਹਨੇ ਪਾਣੀ ਬਣਾਇਆ ਥੋੜੇ, ਆਪ ਹੀ ਹਵਾ ਤੋਂ ਪਾਣੀ ਬਣ ਗਿਆ। ਸਾਇੰਟਿਸਟ ਅੱਜ ਕਹਿ ਰਹੇ ਨੇ ਕਿ ਹਵਾ ਤੋਂ ਪਾਣੀ ਬਣਿਆ। 2 ਹਿੱਸੇ ਹਾਈਡਰੋਜਨ ਹਵਾ ਹੈ, 1 ਹਿੱਸੇ ਆਕਸੀਜਨ ਹਵਾ ਹੈ। ਇਹ ਦੋਨੋਂ ਹਾਈਡਰੋਜਨ ਆਕਸੀਜਨ ਇਕੱਠੇ ਹੋਏ ਤੇ ਪਾਣੀ ਬਣ ਗਿਆ। ਤੇ ਗੁਰੂ ਜੀ 500 ਸਾਲ ਪਹਿਲਾਂ ਕਹਿ ਹੀ ਰਹੇ ਨੇ, ਪਵਨੇ ਤੇ ਜਲ ਹੋਏ, ਹਵਾ ਤੋਂ ਪਾਣੀ ਬਣਿਆ। ਬਲਕਿ ਇੱਥੋਂ ਤੱਕ ਕਹਿ ਦਿੱਤਾ, ਜਿਹਦਾ ਨਾਮ ਅੱਜ ਰੱਖਿਆ ਹਾਈਡਰੋਜਨ ਆਕਸੀਜਨ, ਉਸ ਜ਼ਮਾਨੇ 'ਚ ਨਾਂ ਨਹੀਂ ਸੀ ਰੱਖਿਆ, ਪਰ ਗੁਰੂ ਜੀ ਨੇ ਇੱਕ ਇਸ਼ਾਰਾ ਦੇ ਦਿੱਤਾ ਕਿ ਹਾਈਡਰੋਜਨ ਤੇ ਆਕਸੀਜਨ ਤੋਂ ਪਾਣੀ ਬਣਿਆ ਹੈ। ਇੱਕ ਇਸ਼ਾਰਾ ਦੇ ਦਿੱਤਾ। ਹਾਈਡਰੋਜਨ ਕੀ ਹੈ? ਅੱਗ ਹੈ। ਹਾਈਡਰੋਜਨ ਬੰਬ ਪੂਰੀ ਧਰਤੀ ਨੂੰ ਸਾੜ ਕੇ ਸੁਆਹ ਕਰ ਸਕਦਾ, ਨਿਰੀ ਅੱਗ ਹੈ ਹਾਈਡਰੋਜਨ। ਤੇ ਆਕਸੀਜਨ ਕੀ ਹੈ? ਅੱਗ ਦੇ ਜਲਣ ਦੇ ਵਿੱਚ ਸਹਾਇਕਸ਼ੀਲ ਜਿਹੜੀ ਗੈਸ ਹੈ ਉਹ ਆਕਸੀਜਨ ਹੈ। ਆਕਸੀਜਨ ਤੋਂ ਬਿਨਾਂ ਅੱਗ ਨਹੀਂ ਬਲ ਸਕਦੀ। ਤੁਸੀਂ ਮੋਮਬੱਤੀ ਜਗਾ ਕੇ ਉਹਦੇ ਉੱਪਰ ਸਟੀਲ ਦਾ ਗਲਾਸ, ਕੱਚ ਦਾ ਗਲਾਸ ਮੂਧਾ ਮਾਰ ਦਿਓ ਤਾਂ ਨਜ਼ਰ ਆਏ ਮੋਮਬੱਤੀ ਜਗਦੀ। ਜਦੋਂ ਕੱਚ ਦਾ ਗਲਾਸ ਉੱਪਰ ਮੂਧਾ ਮਾਰ ਦਿਓਗੇ, ਉਹਨੂੰ ਆਕਸੀਜਨ ਨਹੀਂ ਮਿਲੇਗੀ, ਥੋੜੇ ਚਿਰ ਬਾਅਦ ਮੋਮਬੱਤੀ ਬੁਝ ਜਾਏਗੀ। ਜਦੋਂ ਅਰਬ ਦੇਸ਼ਾਂ ਵਿੱਚ ਤੇਲ ਦੇ ਖੂਹਾਂ ਨੂੰ ਅੱਗ ਲੱਗੀ ਸੀ, ਅੱਗ ਬੁਝਦੀ ਨਹੀਂ ਸੀ। ਫਿਰ ਇਹੀ ਤਰੀਕਾ ਅਪਣਾਇਆ, ਉੱਪਰ ਆਸਮਾਨ 'ਚੋਂ ਬੰਬ ਸੁੱਟੇ ਗਏ ਉਹਨਾਂ ਖੂਹਾਂ ਦੇ ਮੁਹਾਣਿਆਂ ਦੇ ਉੱਪਰ। ਜਦੋਂ ਬੰਬ ਬਲਾਸਟ ਹੋਏ, ਉਹਨਾਂ ਨੇ ਇੱਕੋ ਦਮ ਸਾਰੀ ਆਕਸੀਜਨ ਨੂੰ ਸੋਖ ਲਿਆ, ਖਤਮ ਕਰ ਦਿੱਤਾ। ਆਕਸੀਜਨ ਮੁੱਕ ਗਈ, ਅੱਗ ਨੂੰ ਬਲਣ ਵਾਸਤੇ ਆਕਸੀਜਨ ਮਿਲੀ ਨਹੀਂ, ਉਹ ਬੁਝ ਗਈ। ਤੇਲ ਦੇ ਖੂਹਾਂ ਦੀ ਅੱਗ ਬੁਝ ਗਈ। ਆਕਸੀਜਨ ਅੱਗ ਦੇ ਜਲਣ ਦੇ ਵਿੱਚ ਸਹਾਇਕਸ਼ੀਲ ਗੈਸ ਹੈ, ਇਹਦੇ ਤੋਂ ਬਿਨਾਂ ਅੱਗ ਨਹੀਂ। ਮਾਨੋ ਦੋਨੋਂ ਹੀ ਅੱਗਾਂ ਨੇ, ਤੇ ਉਸ ਕੁਦਰਤ ਨੇ ਦੋਨਾਂ ਅੱਗਾਂ ਨੂੰ ਜਦੋਂ ਬੰਨ੍ਹ ਦਿੱਤਾ ਤੇ ਅੱਗ ਦਾ ਵਿਰੋਧੀ ਦੁਸ਼ਮਣ ਪੈਦਾ ਹੋ ਗਿਆ, ਪਾਣੀ, ਜਿਹੜਾ ਅੱਗ ਨੂੰ ਬੁਝਾ ਦਿੰਦਾ ਹੈ ਦੋਨੋਂ ਹੀ ਅੱਗਾਂ। ਇੱਕ ਅੱਗ ਹੈ ਹਾਈਡਰੋਜਨ, ਦੂਜਾ ਅੱਗ ਦੇ ਜਲਣ ਵਿੱਚ ਸਹਾਇਕਸ਼ੀਲ ਗੈਸ ਹੈ ਆਕਸੀਜਨ, ਜਿਹਦੇ ਤੋਂ ਬਿਨਾਂ ਅੱਗ ਬਣਦੀ ਨਹੀਂ। ਜਦੋਂ ਦੋਨੋਂ ਇਕੱਠੇ ਹੋਏ ਤੇ ਅੱਗ ਦਾ ਵਿਰੋਧੀ ਤੱਤ ਪਾਣੀ ਪੈਦਾ ਹੋ ਗਿਆ। ਨਾਮ ਅੱਜ ਰੱਖੇ ਹਾਈਡਰੋਜਨ ਆਕਸੀਜਨ। ਗੁਰੂ ਜੀ 500 ਸਾਲ ਪਹਿਲਾਂ ਬਾਣੀ 'ਚ ਕਹਿ ਗਏ, ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ। ਪਾਣੀ ਕੀ ਹੈ? ਅਗਨੀ ਦਾ ਬੰਧਨ ਹੈ। 2 ਅੱਗਾਂ ਦਾ ਬੰਧਨ ਕਰ ਦਿੱਤਾ ਤੇ ਪਾਣੀ ਬਣ ਗਿਆ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਧ ਕੀਆ। ਪਾਣੀ ਅਗਨੀ ਦਾ ਬੰਧਨ ਹੈ। 2 ਹਵਾਵਾਂ ਬੰਨੀਆਂ ਗਈਆਂ, ਪਾਣੀ ਬਣ ਗਿਆ। ਉਹ ਆਪ ਹੀ ਹਵਾ ਤੋਂ ਪਾਣੀ ਬਣ ਗਿਆ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਉਸ ਪਾਣੀ ਤੋਂ ਜੀਵਾਂ ਦੀ ਉਤਪਤੀ ਹੋਈ। ਹਰ ਜੀਵ ਦੇ ਵਿੱਚੋਂ ਆਪ ਸਮਾਇਆ ਹੋਇਆ ਹੈ, ਵੱਖ ਨਹੀਂ ਹੈ। ਬਟਕ ਬੀਜ ਮੈਂ ਰਵ ਰਿਓ, ਜਾਕੋ 3 ਲੋਕ ਵਿਸਥਾਰ। ਪ੍ਰਭੂ ਨੇ ਸੰਸਾਰ ਬਣਾਇਆ ਨਹੀਂ, ਪ੍ਰਭੂ ਸੰਸਾਰ ਬਣ ਗਿਆ। ਉਹ ਆਪ ਹੀ ਹਵਾ ਹੋ ਗਿਆ, ਆਪ ਹੀ ਪਾਣੀ ਹੋ ਗਿਆ। ਤੇ ਗੁਰੂ ਜੀ ਨੇ ਬਾਣੀ 'ਚ ਕਹਿ ਦਿੱਤਾ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਜਿਹੜਾ ਤੁਸੀਂ ਹਵਾ ਦੇਖ ਰਹੇ ਹੋ, ਪਾਣੀ ਦੇਖ ਰਹੇ ਹੋ, ਅੱਗ ਦੇਖ ਰਹੇ ਹੋ, ਜ਼ਮੀਨ ਦੇਖ ਰਹੇ ਹੋ, ਇਹ ਹਰ ਕਾ ਰੂਪ ਹੈ। ਸਾਰਾ ਸੰਸਾਰ ਰੱਬ ਹੈ। ਜੋ ਦਿਸੈ ਸੋ ਤੇਰਾ ਰੂਪ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਰੱਬ ਦਾ ਹੀ ਤੇ ਰੂਪ ਹੈ। ਉਹਦੇ ਤੋਂ ਬਿਨਾਂ ਕੌਣ ਹੈ? ਰੱਬ ਹੀ ਤੇ ਹੈ। ਪ੍ਰਭੂ ਹੀ ਜਗਤ ਬਣ ਗਿਆ, ਇੱਕ ਤੋਂ ਅਨੇਕ ਹੋ ਗਿਆ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਜਦੋਂ ਪਸਾਰਾ ਸਮੇਟਦਾ ਫਿਰ ਇੱਕ ਹੋ ਜਾਂਦਾ ਹੈ, ਆਪਣੇ ਆਪ ਨੂੰ ਫੈਲਾ ਲੈਂਦਾ ਹੈ, ਆਪਣੇ 'ਚ ਹੀ ਸਮੋ ਲੈਂਦਾ ਹੈ। ਗੁਰੂ ਜੀ ਆਖਦੇ ਨੇ ਕਿ ਮੁੱਢ ਪ੍ਰਭੂ ਹੈ। ਵੇਦਾਂ ਕਿਤਾਬਾਂ ਦੇ ਮਤ ਸਾਹਮਣੇ ਰੱਖੇ ਕਿ 18,000 ਆਲਮ ਨੇ। ਇਸ ਪੂਰੀ ਕਾਇਨਾਤ ਦਾ ਮੁੱਢ ਹੈ ਪ੍ਰਭੂ, ਅਸਲੂ ਇੱਕ ਧਾਤ। ਉਸ ਮੁੱਢ, ਉਸ ਬੀਜ ਤੋਂ ਹੀ ਇਹ ਪੂਰੇ ਸੰਸਾਰ ਰੂਪੀ ਬ੍ਰਿਸ਼ ਦੀ ਉਤਪਤੀ ਹੋਈ ਹੈ। ਉਹ ਪ੍ਰਭੂ ਬੀਜ ਹੀ ਸਾਰੇ ਸੰਸਾਰ ਦੇ ਪੱਤੇ ਪੱਤੇ 'ਚ ਸਮਾਇਆ ਹੋਇਆ ਹੈ। ਲੇਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ਼। ਲੇਖਾ ਮੇਰੇ ਹਿਸਾਬ ਕਿਤਾਬ,
ਹੁਣ ਗੁਰੂ ਜੀ ਆਪਣਾ ਮਤ ਦੇ ਰਹੇ ਨੇ, ਸਤਿਗੁਰੂ ਜੀ ਤੁਸੀਂ ਦੱਸੋ ਕਿੰਨੇ ਪਤਾਲ ਨੇ, ਕਿੰਨੇ ਆਕਾਸ਼ ਨੇ, ਕਿੰਨੀਆਂ ਦੁਨੀਆ, ਕਿੰਨੀਆਂ ਧਰਤੀਆਂ। ਗੁਰੂ ਜੀ ਆਖਦੇ ਨੇ ਜਦੋਂ ਅਸੀਂ ਲਿਖਣ ਲੱਗਦੇ ਹਾਂ, ਲੇਖਾ ਮੈਨੇ ਹਿਸਾਬ ਹੋਵੇ ਤੇ ਲਿਖੀਏ, ਲੇਖਾ ਹੋਏ ਤਾਂ ਲਿਖੀਏ। ਹਿਸਾਬ ਹੀ ਪੂਰਾ ਨਹੀਂ, ਅਸੀਂ ਗਿਣਤੀ ਲਿਖਦੇ ਹਾਂ, ਗਿਣਤੀਆਂ ਮੁੱਕ ਜਾਂਦੀਆਂ ਨੇ, ਡਿਜਿਟ ਖਤਮ ਹੋ ਜਾਂਦੇ ਨੇ, ਕਿੰਨੀਆਂ ਕੁ ਬਿੰਦੀਆਂ ਲਗਾਈ ਜਾਵਾਂਗੇ, ਕਿੰਨੀਆਂ ਕੁ ਬਿੰਦੀਆਂ, ਗਿਣਤੀ ਮੁੱਕ ਜਾਂਦੀ ਹੈ, ਹਿਸਾਬ ਕਿਤਾਬ ਹੀ ਖਤਮ ਹੋ ਜਾਂਦਾ ਹੈ। ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼, ਇਹ ਲੇਖਾ ਹਿਸਾਬ ਮੁੱਕ ਜਾਂਦਾ ਹੈ, ਨਾਸ਼ ਹੀ ਹੋ ਜਾਂਦਾ ਹੈ। ਅਨੰਤ ਦੁਨੀਆ, ਅਨੰਤ ਉਹਦਾ ਸੰਸਾਰ, ਅਨੰਤ ਪਸਾਰਾ ਹੈ, ਐਡਾ ਵੱਡਾ ਪਸਾਰਾ ਅਨੰਤ ਹੈ ਕਿ ਸਾਡੇ ਹਿਸਾਬ ਕਿਤਾਬ ਖਤਮ ਹੋ ਜਾਂਦੇ ਨੇ, ਸਾਡੀ ਗਿਣਤੀਆਂ ਮੁੱਕ ਜਾਂਦੀਆਂ ਨੇ, ਲੇਖੇ ਹੀ ਖਤਮ ਹੋ ਜਾਂਦੇ ਨੇ। ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼। ਕਿਤੇ ਨਹੀਂ ਕਿਹਾ ਲੱਖਾਂ ਕਰੋੜਾਂ, ਅਸੰਖ ਕਹਿ ਦਿੱਤਾ, ਸੰਖਿਆ ਹੀ ਨਹੀਂ ਹੈ, ਸੰਖਿਆ ਮੁੱਕ ਜਾਂਦੀ ਹੈ। ਅਨੰਤ ਸੰਸਾਰ। ਤੇ ਇੱਥੋਂ ਸਾਨੂੰ ਇੱਕ ਹੋਰ ਸਿੱਖਿਆ ਮਿਲੀ, ਜੇ ਰੱਬ ਦਾ ਸੰਸਾਰ ਅਨੰਤ ਹੈ, ਇੰਨਾ ਫੈਲਿਆ, ਫਿਰ ਸਾਡੇ ਜੀਵਨ ਦੇ ਵਿੱਚ ਵੀ ਸਫਲ ਹੋਣ ਵਾਸਤੇ ਅਨੰਤ ਸੰਭਾਵਨਾਵਾਂ ਨੇ। ਜਿੰਨਾ ਅਨੰਤ ਸੰਸਾਰ ਫੈਲਿਆ ਉਹਦਾ ਅੰਤ ਨਹੀਂ, ਸਾਡੇ ਕੋਲ ਵੀ ਅਨੰਤ ਸੰਭਾਵਨਾਵਾਂ ਨੇ। ਅਸੀਂ ਵੀ ਆਪਣੇ ਆਪ ਦਾ ਅਨੰਤ ਵਿਸਥਾਰ ਕਰ ਸਕਦੇ ਹਾਂ, ਅਨੰਤ ਗੁਣਾਂ ਦਾ ਪਸਾਰਾ ਆਪਣੇ ਜੀਵਨ 'ਚ ਲਿਆ ਸਕਦੇ ਹਾਂ, ਅਨੰਤ ਆਪਣਾ ਫੈਲਾ ਕਰ ਸਕਦੇ ਹਾਂ ਗੁਣਾਂ ਦੇ ਰੂਪ 'ਚ। ਸਾਡੇ ਕੋਲ ਅਨੰਤ ਸੰਭਾਵਨਾ ਨੇ, ਛੋਟੀਆਂ ਤੁੱਛ ਨਹੀਂ ਹਨ। ਥੋੜ੍ਹੀ ਚੀਜ਼ ਹੋਵੇ, ਲੋਕ ਜ਼ਿਆਦਾ ਹੋਣ, ਚੀਜ਼ ਵੰਡੀ ਜਾਂਦੀ ਹੈ। ਚੀਜ਼ ਜ਼ਿਆਦਾ ਹੋਵੇ, ਲੋਕ ਥੋੜ੍ਹੇ ਹੋਣ, ਫਿਰ ਅਨੰਤ ਸੰਭਾਵਨਾ ਹੈ ਕਿ ਮਠਿਆਈਆਂ 1000 ਪਈਆਂ ਨੇ, ਖਾਣ ਵਾਲੇ 2 ਨੇ, ਕਿੱਥੇ ਮੁੱਕਣਗੀਆਂ। ਤੇ ਇੱਥੇ ਤੇ ਪ੍ਰਭੂ ਦੇ ਸੰਸਾਰ ਦਾ ਤੇ ਅੰਤ ਹੀ ਨਹੀਂ, ਅਨੰਤ ਹੈ। ਫਿਰ ਮੇਰੇ ਕੋਲ ਅਨੰਤ ਸੰਭਾਵਨਾਵਾਂ ਨੇ, ਮੈਂ ਆਪਣੀ ਪੂਰੀ ਜ਼ਿੰਦਗੀ ਨੂੰ ਕਿਸੇ ਤਰੀਕੇ ਵੀ ਜੀ ਸਕਦਾ ਵਾਂ। ਇਹ ਮੇਰੇ ਤੇ ਨਿਰਭਰ ਹੈ, ਮੈਂ ਆਪਣੇ ਜੀਵਨ ਨੂੰ ਸੁਖੀ ਤੇ ਸ਼ਾਂਤ ਬਣਾਉਣਾ ਕਿ ਦੁਖੀ ਬਣਾਉਣਾ ਹੈ। ਮੈਨੂੰ ਆਪਣੇ ਜੀਵਨ ਨੂੰ ਇੱਕ ਨਿਯਮ 'ਚ ਲੈ ਕੇ ਆਉਣਾ ਪਏਗਾ, ਕਿਉਂਕਿ ਸੰਭਾਵਨਾ ਬਹੁਤ ਹੈ, ਮੈਂ ਜੀਵਨ ਨੂੰ ਕੁਛ ਵੀ ਬਣਾ ਸਕਦਾ ਵਾਂ। ਇੱਕ ਬੜੀ ਫੇਮਸ ਕਿਤਾਬ ਹੈ ਰਹੱਸ, ਦਾ ਸੀਕ੍ਰੇਟ। ਉਹਦੇ ਵਿੱਚ ਲਾਅ ਆਫ ਅਟਰੈਕਸ਼ਨ ਦੀ ਗੱਲ ਕੀਤੀ ਗਈ ਕਿ ਜਿਹੜਾ ਸਾਡੇ ਅੰਦਰ ਨਿਯਮ ਹੁੰਦਾ, ਉਹ ਚੀਜ਼ਾਂ ਸਾਡੇ ਵੱਲ ਅਟਰੈਕਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹੀ ਮਿਲਣ ਲੱਗ ਜਾਂਦੀਆਂ ਨੇ। ਜਿਹਦੇ ਵੱਲ ਅਸੀਂ ਧਿਆਨ ਦਿੰਦੇ ਹਾਂ, ਉਹੋ ਜਿਹੀ। ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ। ਪਰ ਲਾਅ ਆਫ ਅਟਰੈਕਸ਼ਨ ਨਾਲ ਗੱਲ ਨਹੀਂ ਬਣੇਗੀ, ਲਾਅ ਆਫ ਐਕਸ਼ਨ ਦੀ ਵੀ ਲੋੜ ਪਏਗੀ। ਐਕਸ਼ਨ ਕਰਾਂਗੇ ਤੇ ਅਟਰੈਕਸ਼ਨ ਹੋਏਗਾ, ਐਕਸ਼ਨ ਤੋਂ ਬਿਨਾਂ ਵੀ ਗੱਲ ਨਹੀਂ ਬਣੇਗੀ। ਦੋਨੋਂ ਚੀਜ਼ਾਂ ਚਾਹੀਦੀਆਂ ਨੇ। ਲਾਅ ਆਫ ਐਕਸ਼ਨ ਦੀ ਵੀ ਲੋੜ ਹੈ। ਕਰਮ ਕਰਾਂਗੇ ਤੇ ਉਸ ਕਰਮ ਦਾ ਫਲ ਅਸੀਂ ਭੋਗਦੇ ਲਵਾਂਗੇ, ਉਸ ਕਰਮ ਦੇ ਫਲ ਅਸੀਂ ਪ੍ਰਾਪਤ ਕਰ ਲਵਾਂਗੇ। ਇਹਨੂੰ ਆਖਦੇ ਨੇ ਆਪੇ ਬੀਜ ਆਪੇ ਹੀ ਖਾਓ। ਅਨੰਤ ਸੰਭਾਵਨਾ ਹੈ, ਪਰ ਉਹਨਾਂ ਸੰਭਾਵਨਾਵਾਂ ਦੀ ਜਦੋਂ ਵਰਤੋਂ ਕਰਾਂਗੇ ਤਾਂ ਸਾਡੀ ਜ਼ਿੰਦਗੀ 'ਚ ਸੁੱਖ ਸ਼ਾਂਤੀ ਆਏਗੀ। ਅਸੀਂ ਵਰਤੋਂ ਕਿਵੇਂ ਕਰਨੀ ਹੈ? ਸੁੱਖ ਦੀਆਂ, ਆਨੰਦ ਦੀਆਂ 1000 ਸੰਭਾਵਨਾਵਾਂ ਨੇ। ਯਾਦ ਰੱਖਿਓ, ਬਹੁਤ ਸਾਰੇ ਕੋਰਸਿਸ ਕਰਾਏ ਜਾਂਦੇ ਨੇ। ਕਿਤੇ ਪੀਪਲ ਮੈਨੇਜਮੈਂਟ ਕੋਰਸ ਹੈ, ਕਿਤੇ ਸਿਚੁਏਸ਼ਨ ਮੈਨੇਜਮੈਂਟ ਕੋਰਸ ਹੈ, ਕਿਤੇ ਸਟ੍ਰੈਸ ਮੈਨੇਜਮੈਂਟ ਕੋਰਸ ਹੈ। ਸਟ੍ਰੈਸ ਨੂੰ ਕਿਵੇਂ ਕਾਬੂ 'ਚ ਰੱਖਣਾ ਹੈ, ਸਿਚੁਏਸ਼ਨ ਨੂੰ ਕਿਵੇਂ ਆਪਣੇ ਅਧੀਨ ਰੱਖਣਾ ਹੈ। ਟਾਈਮ ਮੈਨੇਜਮੈਂਟ ਕੋਰਸ ਨੇ, ਟਾਈਮ ਦੀ ਕਿਵੇਂ ਅਸੀਂ ਸੰਭਾਲ ਕਰਨੀ ਹੈ, ਟਾਈਮ ਨੂੰ ਅਸੀਂ ਕਿਵੇਂ ਵਰਤਣਾ ਹੈ, ਸਮਾਂ ਸਾਨੂੰ ਨਾ ਵਰਤ ਜਾਏ, ਅਸੀਂ ਸਮੇਂ ਨੂੰ ਕਿਵੇਂ ਵਰਤਣਾ ਹੈ। ਪੀਪਲ ਮੈਨੇਜਮੈਂਟ, ਲੋਕਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਨਾ ਹੈ। ਇੱਕ ਕੋਰਸ ਕਰਨ ਵਾਸਤੇ ਲੱਖਾਂ ਰੁਪਏ ਲੱਗ ਜਾਂਦੇ ਨੇ। ਪਰ ਅਨੰਤ ਸੰਭਾਵਨਾ ਹੈ। ਪ੍ਰਭੂ ਦੀ ਕੁਦਰਤ, ਪ੍ਰਭੂ ਦਾ ਸੰਸਾਰ ਅਨੰਤ ਹੈ। ਸਾਡੇ ਕੋਲ ਅਨੰਤ ਸੰਭਾਵਨਾਵਾਂ ਨੇ, ਅਸੀਂ ਵੀ ਕਰ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਕਿਸੇ ਐਸੇ ਮੁਹੱਲੇ 'ਚ ਰਹਿੰਦੇ ਹਾਂ ਜਿੱਥੇ ਦੁੱਖ ਹੈ, ਕਲੇਸ਼ ਹੈ, ਝਗੜੇ ਨੇ। ਸਾਡੇ ਕੋਲ ਇੰਨੀ ਮਾਇਆ ਨਹੀਂ ਘਰ ਵੇਚ ਕੇ ਕਿਤੇ ਹੋਰ ਲੈ ਲਈਏ। ਸਾਨੂੰ ਪੀਪਲ ਸਿਚੁਏਸ਼ਨ ਦੀ ਸਮਝ ਹੋਣੀ ਚਾਹੀਦੀ ਹੈ। ਅਸੀਂ ਪੀਪਲ ਮੈਨੇਜਮੈਂਟ ਸਿੱਖ ਲਈਏ ਕਿ ਕਿਸ ਤਰ੍ਹਾਂ ਦਾ ਵਿਹਾਰ ਕਰੀਏ, ਕਿੱਥੇ ਰਹਿ ਸਕੀਏ ਸੁੱਖ ਦੇ ਨਾਲ। ਹੋ ਸਕਦਾ ਕਿਸੇ ਕਰੋਧੀ ਨਾਲ ਵਾਹ ਪੈ ਜਾਏ, ਅਸੀਂ ਉਹਦੇ ਤੋਂ ਗੁਣ ਲੈ ਸਕਦੇ ਹਾਂ। ਕਰੋਧੀ ਬੰਦਾ ਬੜਾ ਦ੍ਰਿੜ ਹੈ, ਉਹ ਜੋ ਕਹਿੰਦਾ ਕਰਕੇ ਦਿਖਾਉਂਦਾ ਹੈ। ਉਹ ਆਖਦਾ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ, ਉਹ ਦ੍ਰਿੜਤਾ ਨਾਲ ਪਹਿਰਾ ਦਿੰਦਾ, ਗੱਲ ਨਹੀਂ ਕਰਦਾ। ਕਾਸ਼ ਉਹਦੇ ਵਰਗੀ ਦ੍ਰਿੜਤਾ ਮੈਨੂੰ ਮਿਲ ਜਾਏ, ਮੈਂ ਗੁਣ ਲੈ ਸਕਦਾ ਉਹਦੇ ਤੋਂ। ਕਿਸੇ ਨੈਗੇਟਿਵ ਆਦਮੀ ਨਾਲ ਰਹਿਣਾ ਪੈ ਸਕਦਾ ਹੈ, ਜਿਹੜਾ ਹਰ ਗੱਲ ਤੇ ਨਾ ਨਹੀਂ ਹੋ ਸਕਦਾ। ਮੈਂ ਉਹਦੇ ਤੋਂ ਗੁਣ ਲੈ ਸਕਦਾ, ਕਿਉਂਕਿ ਉਹ ਹਰ ਕੰਮ ਪਰਫੈਕਟ ਕਰਨਾ ਚਾਹੁੰਦਾ ਹੈ। ਇਹਦੇ ਵਿੱਚ ਆਹ ਦੋਸ਼, ਇਹਦੇ 'ਚ ਆਹ ਦੋਸ਼, ਇਹ ਠੀਕ ਨਹੀਂ। ਮੈਂ ਵੀ ਉਹਨਾਂ ਦੋਸ਼ਾਂ ਨੂੰ ਦੂਰ ਕਰਕੇ ਪਰਫੈਕਟ ਹੋ ਸਕਦਾ ਵਾਂ, ਉਹਦੀ ਨੈਗੇਟਿਵ ਵਿੱਚੋਂ ਸਿੱਖ ਸਕਦਾ ਕੁਛ। ਅਨੰਤ ਸੰਭਾਵਨਾ ਨੇ ਆਨੰਦਿਤ ਹੋਣ ਦੀਆਂ। ਜਿਵੇਂ ਲੇਖਾ ਨਹੀਂ ਹੈ ਪ੍ਰਭੂ ਦੇ ਸੰਸਾਰ ਦਾ ਅਨੰਤ ਹੈ, ਤੇ ਮੇਰੇ ਕੋਲ ਅਨੰਤ ਸੰਭਾਵਨਾਵਾਂ ਆ ਜਾਂਦੀਆਂ ਨੇ ਆਪਣੇ ਆਪ ਨੂੰ ਸੁਖੀ ਤੇ ਸ਼ਾਂਤ ਕਰਨ ਦੀਆਂ, ਆਪਣੇ ਜੀਵਨ ਦੇ ਵਿੱਚ ਗੁਣ ਪੈਦਾ ਕਰਨ ਦੀਆਂ। ਲੇਖਾ ਹੋਏ ਤਾਂ ਲਿਖੀ ਹੈ, ਲਿਖਿਆ ਹੋਏ ਵਿਨਾਸ਼।
ਪ੍ਰਭੂ ਦੀ ਕੁਦਰਤ ਦਾ ਹਿਸਾਬ ਕਿਤਾਬ ਕਿਵੇਂ ਲਿਖਾਂਗੇ? ਗਿਣਤੀਆਂ ਮੁੱਕ ਜਾਂਦੀਆਂ ਨੇ, ਹਿਸਾਬ ਮੁੱਕ ਜਾਂਦੇ ਨੇ। ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਫਿਰ ਉਹ ਕਿੰਨਾ ਕੁ ਵੱਡਾ ਹੈ, ਉਹਦਾ ਸੰਸਾਰ ਕਿੰਨਾ ਕੁ ਵੱਡਾ ਹੈ, ਕੋਈ ਜਾਣਦਾ ਹੈ? ਗੁਰੂ ਜੀ ਆਖਦੇ ਨੇ ਇੱਕ ਜਣਾ ਜਾਣਦਾ ਹੈ। ਨਾਨਕ ਸੰਬੋਧਨ ਹੈ, ਹੇ ਨਾਨਕ ਵੱਡਾ ਆਖੀਐ, ਜਿਹੜਾ ਪ੍ਰਭੂ ਬਹੁਤ ਵੱਡਾ ਆਖਿਆ ਜਾਂਦਾ ਹੈ, ਆਪੇ ਜਾਣੇ ਆਪ। ਉਹ ਪ੍ਰਭੂ ਆਪਣੇ ਬਾਰੇ, ਆਪਣੀ ਕੁਦਰਤ ਬਾਰੇ ਆਪ ਹੀ ਜਾਣਦਾ ਹੈ, ਉਹ ਕਿੰਨਾ ਕੁ ਮਹਾਨ ਹੈ। ਸਾਡੀਆਂ ਗਿਣਤੀਆਂ ਮੁੱਕ ਜਾਂਦੀਆਂ ਨੇ। ਉਸ ਅਨੰਤ ਦਾ ਸਰੂਪ ਬਿਆਨ ਨਹੀਂ ਹੋ ਸਕਦਾ। ਜੇ ਪ੍ਰਭੂ ਦਾ ਅੰਤ ਪੈ ਜਾਏ ਫਿਰ ਪ੍ਰਭੂ ਬੇਅੰਤ ਨਹੀਂ ਰਹੇਗਾ। ਜੇ ਪ੍ਰਭੂ ਦੀ ਸ੍ਰਿਸ਼ਟੀ ਦਾ ਅੰਤ ਪੈ ਜਾਏ, ਸ੍ਰਿਸ਼ਟੀ ਬੇਅੰਤ ਨਹੀਂ ਰਹੇਗੀ। ਉਹ ਹੈ ਹੀ ਬੇਅੰਤ, ਇਸ ਕਰਕੇ ਉਹਦਾ ਅੰਤ ਨਹੀਂ ਹੈ। ਉਹ ਆਪ ਹੀ ਜਾਣਦਾ ਹੈ ਉਹਦਾ ਕਿੰਨਾ ਕੁ ਵੱਡਾ ਪਸਾਰਾ ਹੈ। ਇਸ ਕਰਕੇ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਆਪਣੇ ਬਾਰੇ, ਆਪਣੀ ਕੁਦਰਤ ਬਾਰੇ ਜਿੰਨਾ ਵੱਡਾ ਉਹ ਆਪ ਹੈ, ਆਪ ਹੀ ਜਾਣਦਾ ਹੈ ਉਹ ਕਿੰਨਾ ਕੁ ਵੱਡਾ ਹੈ। ਹਾਂ, ਅਸੀਂ ਸਿੱਖਿਆ ਇਹ ਲੈਣੀ ਹੈ ਜੇ ਉਹ ਅਨੰਤ ਹੈ, ਉਹਦਾ ਸੰਸਾਰ ਅਨੰਤ ਹੈ। ਸਾਡੇ ਕੋਲ ਸੁਖੀ ਤੇ ਸ਼ਾਂਤ ਹੋਣ ਦੀਆਂ ਅਨੰਤ ਸੰਭਾਵਨਾਵਾਂ ਨੇ, ਸਚਿਆਰ ਬਣਨ ਦੀਆਂ ਅਨੰਤ ਸੰਭਾਵਨਾਵਾਂ ਨੇ। ਅਸੀਂ ਵੀ ਬਣ ਸਕਦੇ ਹਾਂ। ਭੁੱਲਾਂ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।